लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 484। ਹੁਣ तक 33 शब्द कबीर साहब जी ਦੇ ਸੰਪੂਰਨ ਹੋਏ ਨੇ। आसा रहो रहोरी बहोरिया घूंघट जिन काढ़ै, अंत की बार लहगी ना आडै। हाँ जी। आसा रहो रहोरी बाहोरिया, रहो रहोरी बहोरिया घूंघट जिन काढ़ै, घूंघट जिन काढ़ै, अंत की वार लहगी ना आडै। ना आडै। रहाओ आसा रहो रहोरी बहोरिया घूंघट जिन काढ़ै, अंत की बार लहगी ना आडै। क्योंकि ये शब्द तरतीब बात चलते आ रहे ने। कबीर साहब ने इस तो पहला शब्द जिहड़ा उच्चारण किया है, मेरी बहुरीआ को धनिया नाओ। भाव मत है, मत की गल करते आ रहे ने कि ऐ मेरी मत, ऐ मेरी बुद्धि, तू घुंड ना कढ़, भाव पखंड ना कर, अपने अवगुणां नूं ना ढक। घुंड कढ़ने का मतलब हुंदा सी एक आम, मैं पहला भी बेनती की कि आम साडे लोक गीतां विच भी ये चीज़ां आउंदियां ने कि जां घुंड कढ़दी बहुती सोहणी ते जां घुंड कढ़दी काणी। अपने अवगुणां नूं ढकण वास्ते बाहरला पहरावा जिहड़ा उहनूं ढकना, घुंड कढ़ना ही है, इक्को गल है, पखंड करना। इत्थे हुण कबीर साहब कहने रहो रहोरी बहोरिया घूंघट जिन काढ़ै, भी रुक जा ऐ मेरी बुद्धि, तू घुंड ना कढ़, अखीर नूं अंत की बार लहगी ना आडै। अखीर नूं तेरे बाहरले पखंड दा, तेरे बाहरले पहरावे दा अद्धी दमड़ी मुੱਲ नहीं पैना, ਇਹਦਾ ਤੈਨੂੰ कोई भी लाभ नहीं होना। इस करके ਇਹ पखंड ਛੱਡ, ਜਿਹੜਾ ਲਾਹੌਰ ਲਾਹੌਰੀ ਬਹੁਰੀਆ ਕਹਿੰਦੇ ਨੇ ਸਾਡੀ ਮੱਤ ਨੂੰ, ਐ ਮੇਰੀ ਮੱਤ, ਐ ਮੇਰੀ ਬੁੱਧੀ, ਪਖੰਡ ਕਰਨਾ ਛੱਡ। ਇਹ ਪਖੰਡ ਕਰਨ ਨਾਲ, ਇਹ ਆਪਣੇ ਆਪ ਨੂੰ ਢਕਣ ਨਾਲ, ਆਪਣੇ ਆਪ ਨੂੰ ਬਾਹਰੋਂ ਕੁਝ ਹੋਰ ਦਿਸਣ ਨਾਲ, ਭਾਵ ਮਖੌਟਾ ਪਹਿਨਣ ਨਾਲ, ਇਹਦਾ ਅੱਧੀ ਦਮੜੀ ਉਸ ਮਾਲਕ ਦੇ ਦਰ 'ਤੇ ਮੁੱਲ ਨਹੀਂ ਪੈਣਾ। ਇਸ ਕਰਕੇ ਇਹ ਚੀਜ਼ ਛੱਡ ਦੇ। ਰਹਾਉ ਦੀ ਪੰਕਤੀ 'ਚ ਮਹਾਰਾਜ ਇੱਥੋਂ ਆਰੰਭਤਾ ਕਰਦੇ ਨੇ ਕਬੀਰ ਸਾਹਿਬ। ਹਾਂਜੀ। घूंघट काढ़ गई तेरी आगे, घूंघट काढ़ गई तेरी आगे, उनकी गैल तोहे जिन लागे। घूंघट काढ़ गई तेरी आगे। इस तो पहला भैड़ी बुद्धि फिर वो भी अपने अवगुण ढकती गई है। अपनी बुद्धि नूं, समत नूं, चंगी मत नूं गल करके समझाउंदे ने, ऐ मेरी मत, ऐ मेरी बहुरीआ घूंघट काढ़ गई तेरी आग्या। इस तो पहला भी वो ऐं गई है। उनकी गैल तोहे जिन लागै। कबीर साहब कहते भाई ਉਹਦੀ ਰੀਸ ना कर, ਉਹਦੇ गैल तू भी ना चल, तू भी ਉਹਦੇ वर्गी ना बन, ਉਹਦੀਆਂ ਰੀਸਾਂ ना कर, भाव बाहरला पखंड त्याग दे। हाँ जी। घूंघट काढ़े की यह बड़ाई, घूंघट काढ़े की यह बड़ाई, जिन 10 5 बहु भले आई। घूंघट काढ़े की यह बड़ाई, दिन 10 5 बहु भले आई।
ਹਾਂ ਕਹਿੰਦੇ ਤੇਰਾ ਘੁੰਡ ਕੱਢਣ ਦਾ ਬਸ ਇੰਨੀ ਕੁ ਫਲ ਮਿਲ ਸਕਦਾ ਹੈ ਕਿ ਲੋਕ ਕਹਿਣ ਲੱਗ ਜਾਣਗੇ ਕਿ ਇਹ ਬਹੁਤ ਚੰਗੀ, ਜਿਵੇਂ ਕਹਿੰਦੇ ਆ ਭਾਈ ਬੜਾ ਸਿਰ ਤੇ ਕੱਪੜਾ ਰੱਖ ਕੇ ਰੱਖਦੀ ਹੈ, ਦੇਖੋ ਜੀ ਪਰਦਾ ਕਰਕੇ ਰੱਖਦੀ ਆਪਾਂ ਕਹਿੰਦੇ ਆ ਨਾ, ਕਹਿੰਦੇ ਇਸੇ ਤਰ੍ਹਾਂ ਹੀ ਲੋਕ ਬਸ ਇੰਨਾ ਕੁ ਕਹਿਣ ਲੱਗ ਜਾਣਗੇ ਕਿ ਬੜਾ ਗੁਰਮੁਖ ਹੈ ਜੀ, ਬੜੇ ਵਧੀਆ ਕੱਪੜੇ ਪਾਉਂਦਾ ਹੈ, ਬੜਾ ਸਮਰ ਕੇ ਰਹਿੰਦਾ ਹੈ, ਉਹ ਇੰਜ ਕਰਦਾ ਹੈ। ਕਹਿੰਦੇ ਬਾਹਰਲਾ ਬਸ ਉਹ ਬਾਹਰਲੇ ਵਿਖਾਵੇ ਨਾਲ ਸਿਰਫ ਲੋਕਾਂ ਨੂੰ ਪਤਰਿਆ ਸਕਦੇ ਹਾਂ ਅਸੀਂ, ਹੋਰ ਕੁਝ ਨਹੀਂ। ਜਿਹੜਾ ਬਾਹਰਲਾ ਪਹਿਰਾਵਾ ਸਾਡਾ, ਬਾਹਰਲੇ ਪਹਿਰਾਵੇ ਨਾਲ ਸਿਰਫ ਅਸੀਂ ਆਪਣੇ ਔਗੁਣਾਂ ਨੂੰ ਢੱਕ ਕੇ ਤੇ ਲੋਕਾਂ ਨੂੰ ਪਤਿਆ ਸਕਦੇ ਹਾਂ। ਲੋਕ ਭਲਾ ਕਹਿ ਸਕਦੇ ਨੇ, ਲੋਕ ਕਹਿ ਸਕਦੇ ਨੇ ਕਿ ਬੜਾ ਗੁਰਮੁਖ ਬੰਦਾ, ਬੜਾ ਵਧੀਆ ਚੋਲਾ ਪਾਇਆ, ਬੜਾ ਵਧੀਆ ਕੱਪੜੇ ਪਾਏ ਨੇ, ਚਿੱਟੇ ਕੱਪੜੇ ਪਾਏ ਨੇ, ਪਰ ਕਹਿੰਦੇ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਹਾਂਜੀ। ਘੂੰਘਟ ਤੇਰੋ ਤੋ ਪਰ ਸਾਚੈ, ਹਰ ਗੁਣ ਗਾਏ ਕੁਦ ਹੈ ਅਰ ਨਾਚੈ। ਹਾਂ, ਕਿਉਂਕਿ ਦੁਨੀਆ ਤੇ ਕੋਈ ਵੀ ਮਨੁੱਖ ਇਹੋ ਜਿਹਾ ਨਹੀਂ ਜਿਹਦੇ 'ਚ ਗੁਣ ਨਹੀਂ, ਕੋਈ ਵੀ ਮਨੁੱਖ ਇਹੋ ਜਿਹਾ ਨਹੀਂ ਜਿਹਦੇ 'ਚ ਔਗਣ ਨਹੀਂ। ਸੋ ਇੱਥੇ ਕਬੀਰ ਸਾਹਿਬ ਨੇ ਘੂੰਘਟ ਤੇਰੋ ਤੋ ਪਰ ਸਾਚੈ, ਤੇਰਾ ਘੁੰਡ ਜਿਹੜਾ ਨਾ ਉਹ ਤਾਂ ਹੀ ਯੋਗ ਹੈ ਜੇ ਤੂੰ ਹਰੀ ਦੇ ਗੁਣ ਗਾਇਨ ਕਰੇ, ਆਪਣੇ ਗੁਣਾਂ ਨਾਲ ਆਪਣੇ ਔਗੁਣਾਂ ਨੂੰ ਢੱਕ। ਇਹ ਸੀ ਅਸਲੀਅਤ ਜਿਹੜੀ ਹੈ। ਆਪਣੇ ਗੁਣ ਅੰਦਰ ਇੰਨੇ ਪੈਦਾ ਕਰ, ਉਸ ਪਰਮਾਤਮਾ ਨੂੰ ਨਾਮ ਜਪ, ਉਹਦੇ ਪਰਮਾਤਮਾ ਨਾਲ ਗੁਣਾਂ ਦੀ ਸਾਂਝ ਪਾ, ਤੇਰੇ ਔਗੁਣ ਢਕੇ ਜਾਣਗੇ। ਇਹ ਅਸਲੀ ਘੁੰਡ, ਅਸਲੀ ਘੁੰਡ ਤੇ ਇਹ ਸੀ। ਇਹ ਘੁੰਡ ਤੇਰਾ ਜਿਹੜਾ ਉਸ ਮਾਲਕ ਦਰ ਤੇ ਕਬੂਲ ਹੈ। ਹਰ ਗੁਣ ਗਾਏ ਕੂਦਾ ਯਾਰ ਨਾਚੈ, ਉਹ ਹਰੀ ਦੇ ਗੁਣਾਂ ਨੂੰ ਗਾਉਣਾ ਕਰ ਤੇ ਆਨੰਦ ਨਾਲ ਨੱਚਣਾ ਕੁੱਦਣਾ ਤੋਂ ਭਾਵ ਹੈ ਉਸ ਪ੍ਰਮਾਤਮਾ ਨੇ ਖੁਸ਼ੀ ਵਿੱਚ, ਆਨੰਦ ਵਿੱਚ ਬੇਫਿਕਰ ਹੋ ਕੇ ਸੰਸਾਰ ਵਿੱਚ ਚੱਲ। ਤੈਨੂੰ ਪਖੰਡ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂਜੀ। ਕਹਿਤ ਕਬੀਰ ਬਹੁ ਤਵ ਜੀਤੈ, ਕਹਿਤ ਕਬੀਰ ਬਹੁ ਤਬ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ। ਕਹਿਤ ਕਬੀਰ ਬਹੁ ਤਬ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ। ਤੇ ਕਬੀਰ ਸਾਹਿਬ ਕਹਿੰਦੇ ਇਹ ਜੀਵਾਤਮਾ, ਇਹ ਬੁੱਧੀ ਤਾਂ ਹੀ ਇਹ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਸਕਦੀ ਹੈ ਬਹੂ, ਜੇ ਸਾਰੀ ਜ਼ਿੰਦਗੀ ਉਹਦੀ ਉਸ ਪਰਮਾਤਮਾ ਦੇ ਗੁਣ ਗਾਉਂਦਿਆਂ ਬਤੀਤ ਹੁੰਦੀ ਹੈ, ਭਾਵ ਉਹਨੂੰ ਧਿਆਉਂਦਿਆਂ ਸਿਮਰਦਿਆਂ ਜਦੋਂ ਇਹ ਆਪਣੇ ਜੀਵਨ ਨੂੰ ਬਤੀਤ ਕਰਦੀ ਹੈ ਤਾਂ ਇਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੀ ਹੈ। ਹਾਂਜੀ। ਆਸਾ ਆਸਾ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਾਂ ਬਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਰਹਾਉ ਆਸਾ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਰਹਾਉ ਦੀ ਇਸ ਪੰਕਤੀ ਵਿੱਚ ਕਬੀਰ ਸਾਹਿਬ ਤੜਪ ਵਿਛੋੜੇ ਦੀ ਗੱਲ ਕਰਦੇ ਨੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਐ ਪ੍ਰਿਆ ਤੁਧ ਭਗਵੰਤਾ। ਮੋਇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। ਹਉ ਵਾਰੀ ਹਉ ਘੋਲੀ ਜਿਉ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀ। ਉੱਥੇ ਵੀ ਪਾਤਸ਼ਾਹ ਇਹ ਗੱਲ ਕਹਿੰਦੇ ਨੇ। ਇੱਥੇ ਕਬੀਰ ਸਾਹਿਬ ਅੰਦਰਲੇ ਵਿਛੋੜੇ ਦੀ ਗੱਲ ਉਸ ਪਰਮਾਤਮਾ ਨਾਲੋਂ, ਉਸ ਪ੍ਰਭੂ ਨਾਲੋਂ ਮਹਾਰਾਜ ਇਸ ਗੱਲ ਕਰਦੇ ਨੇ ਕਿ ਕਰਵਤ ਭਲਾ ਨਾ ਕਰਵਟ ਤੇਰੀ। ਹੇ ਪ੍ਰਭੂ, ਸਾਨੂੰ ਆਰਾ ਚੰਗਾ ਹੈ, ਭਾਵੇਂ ਕੋਈ ਸਾਨੂੰ ਆਰੇ ਨਾਲ ਕੱਟ ਦੇ, ਪਰ ਤੇਰੀ ਕਰਵਟ ਸਾਡੇ ਵੱਲੋਂ ਮੋੜਿਆ ਹੋਇਆ ਮੁੱਖ ਉਸ ਤੋਂ ਵੀ ਜ਼ਿਆਦਾ ਦੁਖਦਾਈ ਹੈ। ਕਰਵਟ ਭਲਾ ਨਾ ਕਰਵਟ ਤੇਰੀ,
ਲਾਗ ਗਲੇ ਸੁਣ ਬਿਨਤੀ ਮੇਰੀ। हे ਪ੍ਰਭੂ, ਸਾਨੂੰ ਆਪਣੇ ਗਲ ਨਾਲ ਲਾ, ਬੇਨਤੀ ਕਰਨਾ ਕਰ। ਤੇਰੇ ਅੱਗੇ ਬੇਨਤੀ ਕਰਦੇ ਹਾਂ ਅਸੀਂ, ਸਾਡੀ ਬੇਨਤੀ ਨੂੰ ਸੁਣਨਾ ਕਰੋ। ਸਾਡੇ ਵੱਲੋਂ ਮੁੱਖ ਨਾ ਮੋੜ। ਸਾਨੂੰ ਸਾਡੇ ਸਿਰ ਉੱਤੇ ਚੱਲੇ ਆਰੇ ਤੋਂ ਜ਼ਿਆਦਾ ਦੁਖਦਾਈ ਹੈ ਤੇਰਾ ਮੋੜਿਆ ਹੋਇਆ ਮੁੱਖ। ਤੇਰੀ ਕਰਵਟ ਜਿਹੜੀ ਸਾਡੇ ਵੱਲੋਂ ਪਾਸਾ ਮੋੜਨਾ ਨਾ ਤੇਰਾ, ਉਹ ਜ਼ਿਆਦਾ ਦੁਖਦਾਈ ਹੈ। ਹਉ ਵਾਰੀ ਮੁਖ ਫੇਰ ਪਿਆਰੇ। ਐ ਮੇਰੇ ਪਿਆਰੇ ਪ੍ਰਭੂ, ਮੈਂ ਤੇਥੋਂ ਸਦਕੇ ਜਾਣਾ, ਵਾਰੀ ਜਾਣੇ ਆ, ਸਾਡੇ ਵੱਲ ਮੁਖ ਕਰ, ਇੱਕ ਵਾਰ ਕਿਰਪਾ ਕਰ ਸਾਡੇ ਤੇ। ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਸਾਡੇ ਵੱਲੋਂ ਮੁਖ ਮੋੜ ਕੇ, ਕਰਵਟ ਕਰਕੇ ਸਾਨੂੰ ਕਿਉਂ ਮਾਰਦਾ? ਸਾਡਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ, ਸਾਡੀ ਮੌਤ ਹੋ ਜਾਂਦੀ ਹੈ। ਤੇਰੇ ਦਰਸ਼ਨ ਦੇਖ ਕੇ ਤੇ ਸਾਡਾ ਜੀਵਨ ਹੈ, ਤੇਰਾ ਮੁਖ ਵੇਖ ਕੇ ਤੇ ਅਸੀਂ ਜਿਉਂਦੇ ਹਾਂ। ਭਾਵ ਸਾਡੇ ਵੱਲੋਂ ਕਰਵਟ ਨਾ ਕਰ, ਸਦਕੇ ਜਾਣੇ ਤੇ ਇੱਥੋਂ ਵਾਰੀ ਜਾਣਾ ਮੈਂ। ਕਿਰਪਾ ਕਰ ਸਾਡੇ ਤੇ, ਸਾਡਾ ਵੱਲ ਆਪਣੇ ਮੁਖ ਨੂੰ ਮੋੜਨਾ ਕਰ, ਕਿਰਪਾ ਕਰ। ਇਹ ਸਾਡੇ ਤੇ ਬੇਨਤੀ ਕਰਦੇ ਨੇ ਕਬੀਰ ਸਾਹਿਬ ਰਹਾਉ ਦੀ ਪੰਕਤੀ ਵਿੱਚ। ਹਾਂਜੀ। ਜੋ ਤਨ ਚੀਰੈ ਅੰਗ ਨਾ ਮੋਰੋਂ, ਜੋ ਤੰਗ ਚੀਰੈ ਤਾਂ ਅੰਗ ਮੋਰੋਂ। ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ, ਜੋ ਤਨ ਚੀਰੈ ਅੰਗ ਨ ਮੋਰੋਂ। ਪਿੰਡ ਪਰੈ ਤੋ ਪ੍ਰੀਤ ਨ ਤੋਰੋਂ। ਸਾਡੀ ਪ੍ਰੀਤ ਤੇਰੇ ਨਾਲ ਇੰਨੀ ਹੈ, ਅਸੀਂ ਤੇਰੇ ਬਿਨਾਂ ਰਹਿ ਨਹੀਂ ਸਕਦੇ। ਜੋ ਤਨ ਚੀਰੈ, ਜੇ ਤੂੰ ਸਾਡਾ ਤਨ ਵੀ ਕੱਟਦਾ ਹੈ, ਇਹ ਸਰੀਰ ਕੱਟਿਆ ਵੀ ਜਾਵੇ, ਕਬੀਰ ਸਾਹਿਬ ਕਹਿੰਦੇ ਮੈਂ ਤੇਥੋਂ ਮੁਖ ਨਹੀਂ ਮੋੜ ਸਕਦਾ। ਇਹ ਸਰੀਰ ਨਸ਼ਟ ਵੀ ਹੋ ਜਾਏ, ਜੋ ਪਿੰਡ ਪਰੈ ਤੋ ਪ੍ਰੀਤ ਨ ਤੋਰੋਂ। ਭਾਵੇਂ ਇਹ ਸਰੀਰ ਸਾਰਾ ਨਸ਼ਟ ਹੋ ਜਾਏ, ਪਰ ਸਾਡੀ ਪ੍ਰੀਤ ਤੇਰੇ ਨਾਲੋਂ ਨਹੀਂ ਟੁੱਟਦੀ। ਕਬੀਰ ਸਾਹਿਬ ਬਾਬਾ ਫਰੀਦ ਦੇ ਸ਼ਲੋਕ ਜਦੋਂ ਪੜ੍ਹਦੇ ਆ ਨਾ, ਉੱਥੇ ਵੀ ਉਹ ਕਹਿੰਦੇ ਕਾਗਾਂ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਨੈਣਾ ਦੋਏ ਮਤ ਛੂਹੋ, ਫਿਰ ਦੇਖਣ ਕੀ ਆਸ। ਸਾਨੂੰ ਆਸ ਹੈ ਤੇਰੇ ਕੋਲੋਂ। ਇਹ ਸਰੀਰ ਨਾਲ ਸਾਡਾ ਕੋਈ ਸੰਬੰਧ ਨਹੀਂ। ਇਹ ਸਰੀਰ ਜੇ ਨਸ਼ਟ ਵੀ ਹੋ ਜਾਏ, ਅਸੀਂ ਤੇਰੇ ਨਾਲ, ਸਾਡੀ ਪ੍ਰੀਤ ਤੇਰੇ ਨਾਲ ਟੁੱਟਦੀ ਨਹੀਂ। ਇਹ ਗੱਲਾਂ ਨੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਸਹਿਜੇ, ਬੜੇ ਦਰਦ ਵਿਰਾਗ ਨਾਲ ਵੀ ਕਹਿ ਸਕਦੇ ਹਾਂ, ਪਰ ਪ੍ਰੈਕਟੀਕਲੀ ਵੀ ਲੋਕਾਂ ਨੇ ਕੀਤੀਆਂ ਨੇ, ਜਿਨ੍ਹਾਂ ਨੇ ਸਾਡਾ ਇਤਿਹਾਸ ਪੜ੍ਹਿਆ ਪਿਆ। ਭਾਈ ਮਤੀ ਦਾਸ ਸਤੀ ਦਾਸ 9ਵੇਂ ਪਾਤਸ਼ਾਹ ਦੇ ਨਾਲ ਦਿੱਲੀ ਗਏ। ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਆਪਾਂ ਜਾਣਦੇ ਹਾਂ ਸਾਰੇ। ਉਹਨੂੰ ਜਦੋਂ ਆਖਰੀ ਖਾਹਿਸ਼ ਪੁੱਛੀ ਗਈ ਭਾਈ ਮਤੀ ਦਾਸ ਨੂੰ ਕਿ ਤੇਰੀ ਆਖਰੀ ਖੁਆਇਸ਼ ਕੀ ਹੈ, ਤੂੰ ਕੀ ਚਾਹੁੰਦਾ ਹੈ? ਉਹ ਕਹਿੰਦਾ ਵੀ ਤੁਸੀਂ ਆਰਾ ਭਾਵੇਂ ਜਿਵੇਂ ਮਰਜ਼ੀ ਚਲਾਇਓ, ਪਰ ਚਲਾਇਓ ਸਿੱਧਾ, ਪਹਿਲੀ ਗੱਲ। ਤੇ ਦੂਜੀ ਗੱਲ, ਮੇਰੀ ਆਖਰੀ ਖਾਹਿਸ਼ ਇਹ ਹੋਈ ਹੈ ਕਿ ਮੇਰਾ ਮੁਖ ਗੁਰ ਪਿੰਜਰੇ ਵੱਲ ਕਰ ਦਿਓ। ਮੈਂ ਆਪਣੇ ਗੁਰੂ ਨੂੰ ਆਖਰੀ ਦਮ ਤੱਕ, ਸਰੀਰ ਕੱਟਿਆ ਵੀ ਜਾਵੇ, ਮੈਂ ਵੇਖਦਾ ਰਹਿਣਾ ਚਾਹੁੰਦਾ। ਇਹ ਹੈ ਪ੍ਰੀਤ ਦੀ ਗੱਲ। ਇਹ ਪ੍ਰੈਕਟੀਕਲ ਹੈ, ਸਾਡਾ ਇਤਿਹਾਸ ਹੈ। ਇੱਥੇ ਜਿਹੜੇ ਅੰਦਰੋਂ ਸਮਾਰਕ ਨਾਲ ਜੁੜੇ ਹੋਏ ਨੇ, ਉਹ ਵੀ ਇਸ ਤਰ੍ਹਾਂ ਹੀ। ਇਹ ਸਰੀਰ ਭਾਵੇਂ ਨਸ਼ਟ ਹੋ ਜਾਏ, ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ, ਤੇ ਉਹਨੂੰ ਧਿਆਉਂਦੇ ਰਹਿੰਦੇ ਨੇ, ਸਿਮਰਦੇ ਰਹਿੰਦੇ ਨੇ, ਯਾਦ ਕਰਦੇ ਨੇ। ਮਾੜੀਆਂ ਮੋਟੀਆਂ ਭੀੜਾਂ ਨਾਲ ਅਸੀਂ ਤੇ ਕਹਿ ਦਿੰਦੇ ਹਾਂ ਨਾ ਵੀ ਅੱਜ ਤੋਂ ਬਾਅਦ ਫਿਰ ਅਸੀਂ ਗੁਰਦੁਆਰੇ ਨਹੀਂ ਆਉਣਾ, ਅੱਜ ਤੋਂ ਬਾਅਦ ਤਿਆਗਤਾ। ਆ ਪਿੱਛੇ ਜੇ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਜੀ ਅਸੀਂ ਕਕਾਰ ਹੀ ਮੋੜ ਦਿਆਂਗੇ ਜੇ ਸਾਡਾ ਆਹ ਕੰਮ ਪੂਰਾ ਨਾ ਹੋਇਆ ਤਾਂ। ਉਹ ਗੁਰੂ ਕੇ ਸਿੱਖ ਨਹੀਂ ਹੋ ਸਕਦੇ, ਗੁਰੂ ਕੇ ਸਿੱਖ ਨਹੀਂ ਹੋ ਸਕਦੇ ਕਦੇ ਵੀ। ਇਹ ਕਰਕੇ ਗੁਰੂ ਕੇ ਸਿੱਖ ਜਿਹੜੇ ਨੇ, ਇੱਥੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਿ ਉਹ ਭਾਵੇਂ ਸਰੀਰ ਵੀ ਨਸ਼ਟ ਹੋ ਜਾਏ ਮੇਰਾ, ਪਰ ਮੇਰੀ ਪ੍ਰੀਤ ਤੇਰੇ ਨਾਲੋਂ ਨਹੀਂ ਟੁੱਟਦੀ। ਹਾਂਜੀ। ਹਮ ਤੁਮ बीच पयो नहीं कोई, तुम बीच पयो नहीं कोई। तुम है सो कंत नार हम सोई, तुम है सो कंत नार हम सोई। हम तुम बीच पयो नहीं कोई, तुम है सो कंत नार हम सोई। ਇਹ ਸ਼ਬਦ ਨੂੰ, ਇਸ ਲਾਈਨ ਨੂੰ ਥੋੜਾ ਜਿਹਾ ਧਿਆਨ ਨਾਲ ਪੜ੍ਹੀਏ। ਕਬੀਰ ਸਾਹਿਬ ਕਹਿੰਦੇ, ਹੇ ਪ੍ਰਭੂ, ਤੇਰੇ ਤੇ ਸਾਡੇ ਵਿੱਚ ਵਿਚੋਲਾ ਕੋਈ ਨਹੀਂ। ਹਮ ਤੁਮ ਬੀਚ ਭਇਓ ਨਹੀਂ ਕੋਈ, ਕੋਈ ਨਹੀਂ ਸਾਡੇ ਤੇ ਤੇਰੇ ਮੇਰੇ ਵਿੱਚ, ਹੈ ਹੀ ਕੁਝ ਨਹੀਂ। ਤੂੰ ਸਾਡਾ ਉਹੀ ਹੋਈ,
ਤੁਮਹਿ ਸੁਖ ਅੰਤ ਭਾਵ ਉਹ ਹੀ ਪਹਿਲਾਂ, ਕਿਉਂਕਿ ਤੇਰੇ ਨਾਲ ਤੇ ਵਿਛੜੇ ਅਸੀਂ, ਕਿਰਤ ਕਰਮ ਕੀ ਵਿਛੜੇ ਅਸੀਂ, ਤੇਰੇ ਨਾਲ ਵਿਛੜੇ ਸਾਂ। ਤੂੰ ਸਾਡਾ ਉਹੀਓ ਕੰਤ ਹੈ। ਨਾਰ ਹਮ ਸੋਈ, ਇਹ ਜੀਵ ਆਤਮਾ, ਇਹ ਤੇਰੀ ਇਸਤਰੀ, ਇਹ ਉਸ ਤਰ੍ਹਾਂ ਉਹੀ ਪਹਿਲਾਂ ਵਾਲੀ ਹੋਈ ਹੈ। ਹੁਣ ਸਾਡੇ ਤੇ ਤੇਰੇ ਵਿੱਚ ਕੋਈ ਵੀ ਵਿਕਰਮ, ਕੋਈ ਹਉਮੈ, ਕੋਈ ਹੰਕਾਰ, ਕੋਈ ਈਰਖਾ ਵਿਚਾਲੇ ਖੜ ਨਹੀਂ ਸਕਦੀ। ਕਿਉਂ? ਕਿਉਂਕਿ ਅਸੀਂ ਤੈਨੂੰ ਪਛਾਣ ਲਿਆ, ਅਸੀਂ ਤੈਨੂੰ ਜਾਣ ਲਿਆ। ਤੂੰ ਸਾਡਾ ਉਹ ਪਹਿਲਾਂ ਵਾਲਾ ਪੁਰਾਣਾ, ਪਹਿਲਾਂ ਤੋਂ ਤੇਰੇ ਨਾਲ ਅਸੀਂ ਵਿਛੜੇ ਹੋਏ ਹਾਂ। ਤੂੰ ਸਾਡਾ ਉਹੀ ਮਾਲਕ ਹੈ, ਅਸੀਂ ਤੇਰੀ ਉਹੀ ਕੰਤ ਨਾਰ ਹਾਂ। ਹੁਣ ਤੂੰ ਸਾਨੂੰ ਆਪਣੇ ਨਾਲ ਲਾ ਕੇ ਰੱਖ, ਕਿਰਪਾ ਕਰ ਸਾਡੇ ਤੇ। ਹਾਂਜੀ। ਕਹਿਤ ਕਬੀਰ ਸੁਨੋ ਰੇ ਲੋਈ, ਕਹਿਤ ਕਬੀਰ ਸੁਨੋ ਰੇ ਲੋਈ, ਆਬ ਤੁਮਰੀ ਪ੍ਰਤੀਤ ਨਾ ਹੋਈ, ਆਬ ਤੁਮਰੀ ਪ੍ਰਤੀਤ ਨਾ ਹੋਈ। ਅਖੀਰ ਚ ਕਬੀਰ ਸਾਹਿਬ ਨੇ ਕਹਿਤ ਕਬੀਰ ਸੁਨੋ ਰੇ ਲੋਈ, ਇਹ ਦੁਨੀਆ ਦੇ ਲੋਕੋ ਸੁਣਨਾ ਕਰੋ। ਅਬ ਤੁਮਰੀ ਪ੍ਰਤੀਤ ਨਾ ਹੋਈ। ਕਬੀਰ ਸਾਹਿਬ ਕਹਿੰਦੇ ਹੁਣ ਮੈਨੂੰ ਤੁਹਾਡੀ ਪ੍ਰਤੀਤ ਭਾਵ ਤੁਹਾਡੇ ਤੇ ਯਕੀਨ ਨਹੀਂ ਰਿਹਾ, ਕਿਉਂਕਿ ਅਸੀਂ ਪਹਿਲਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੀ ਕਰਮਕਾਂਡ ਕਰਦੇ ਰਹੇ, ਪਰ ਅਸਲੀਅਤ ਕੁਝ ਹੋਰ ਨਿਕਲੀ। ਉਹ ਮਾਲਕ ਨੂੰ ਖੁਸ਼ ਕਰਨ ਲਈ ਆਮ ਆਪਾਂ ਪਿੰਡਾਂ ਵਿੱਚ ਵੀ ਸਾਡੇ ਟਰਾਲੀਆਂ ਉੱਤੇ ਵੀ ਲਿਖਿਆ ਪੜ੍ਹਦੇ ਸੀ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਤੇ ਜੱਗ ਭਾਵੇਂ ਸਾਰਾ ਰੁੱਸ ਜਾਏ। ਭਾਵ ਹੁਣ ਸਾਨੂੰ ਤੂੰ ਚਾਹੀਦਾ, ਦੁਨੀਆ ਭਾਵੇਂ ਇੱਕ ਪਾਸੇ ਹੋ ਜਾਏ, ਦੁਨੀਆ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਹੁਣ ਮੇਰੀ ਦੁਨੀਆ ਤੇ ਯਕੀਨ ਨਹੀਂ ਰਿਹਾ, ਹੁਣ ਮੈਂ ਦੁਨੀਆ ਵਾਲਿਆਂ ਤੇ ਯਕੀਨ ਨਹੀਂ ਕਰਦਾ, ਮੈਨੂੰ ਤੇਰੇ ਤੇ ਪੂਰਾ ਯਕੀਨ ਹੈ। ਇਸ ਕਰਕੇ ਕਿਰਪਾ ਕਰ, ਸਾਡੇ ਤੇ ਬਖਸ਼ਿਸ਼ ਕਰ, ਸਾਡੇ ਵੱਲ ਮੁੱਖ ਮੋੜ ਕੇ ਨਾ ਪੈ, ਕਰਵਟ ਕਰਕੇ ਨਾ ਪੈ। ਇਹ ਸਾਡੀ ਬੇਨਤੀ ਹੈ, ਸਾਡੀ ਬੇਨਤੀ ਨੂੰ ਸੁਣਨਾ ਕਰ, ਸਾਨੂੰ ਗਲ ਨਾਲ ਲਾ ਕੇ। ਹਾਂਜੀ। ਆਸ਼ਾ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ, ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗ ਆਨ ਤਣਾਇਓ ਤਾਨਾ, ਰਹਾਓ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗ ਆਨ ਤਨਾਇਓ ਤਾਨਾ, ਰਹਾਓ। ਕਿਉਂਕਿ ਕਬੀਰ ਸਾਹਿਬ ਜੁਲਾਹੇ ਦਾ ਕੰਮ ਕਰਦੇ ਸੀ। ਕਬੀਰ ਸਾਹਿਬ ਕਹਿੰਦੇ ਕਿ ਪ੍ਰਮਾਤਮਾ ਵੀ ਜੁਲਾਹਾ ਹੈ। ਵੇਖੋ ਉਹਦੀ ਤਾਣੀ ਕਿੱਡੀ ਵੱਡੀ। ਵਿਅੰਗ ਕਰਦੇ ਨੇ ਕਿ ਕੋਰੀ ਕੋ ਕਾਹੂ ਮਰਮ ਨਾ, ਕਹਿੰਦੇ ਜਲਾਹੇ ਦਾ ਕੋਈ ਭੇਦ ਨਾ ਪਾ ਸਕਿਆ। ਉਂਝ ਮੇਰੇ ਕੋਲ ਵੀ ਆ ਕੇ ਲੋਕ ਤਾਣਾ ਤਣਾਉਂਦੇ ਨੇ, ਭਾਵ ਆਪਣਾ ਤਾਣਾ ਬਣਾ ਉਸ ਪਰਮਾਤਮਾ ਕੋਲ ਵੀ ਜਾ ਕੇ ਬਣਨ ਦੀ ਕੋਸ਼ਿਸ਼ ਕਰਦੇ ਨੇ। ਆਪਾਂ ਤਾਣੇ ਬਾਣੇ ਬਣਾਉਂਦੇ ਆ ਵੀ ਮੇਰਾ ਆਹ ਕੰਮ ਕਰਦੀ, ਮੇਰਾ ਉਹ ਸੁਲਝਾ ਦੇ, ਸਾਡੀ ਤਾਣੀ ਉਲਝ ਗਈ, ਹੁਣ ਪ੍ਰਭੂ ਤੂੰ ਸਾਡੀ ਰੱਖਿਆ ਕਰਨ ਵਾਲਾ ਹੈ। ਕਹਿੰਦੇ ਸਾਰਾ ਸੰਸਾਰ ਆ ਕੇ ਉਹਦੇ ਕੋਲ ਤਾਣਾ ਤਣਾਉਂਦਾ, ਆਪਣਾ ਬਣਾਉਂਦਾ, ਬੇਨਤੀਆਂ ਕਰਦੇ ਆ, ਅਰਦਾਸਾਂ ਹੁੰਦੀਆਂ ਨੇ ਰੋਜ਼। ਇਸੇ ਕਰਕੇ ਪਰ ਉਹਦਾ ਭੇਦ ਨਹੀਂ ਕੋਈ ਜਾਣ ਸਕਿਆ। ਉਸ ਜੁਲਾਹੇ ਦਾ ਕਹਿੰਦੇ ਭੇਦ ਨਾ ਕੋਈ ਜਾਣ ਸਕਿਆ। ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗ ਆਣ ਤਨਾਇਓ ਤਾਣਾ, ਸਾਰਾ ਸੰਸਾਰੀ ਉਹਦੇ ਕੋਲ ਆ ਕੇ ਆਪਣੀਆਂ ਫਰਮਾਇਸ਼ਾਂ ਲੈ ਕੇ ਆਉਂਦਾ, ਤਾਣੇ ਤਨਾਉਣ ਵਾਸਤੇ ਆਉਂਦਾ, ਆਪਣੀਆਂ ਉਲਝਣਾਂ, ਆਪਣੀਆਂ ਗੁਲਝਣਾਂ ਜ਼ਿੰਦਗੀ ਦੀਆਂ ਸੁਧਾਰਨ ਵਾਸਤੇ, ਆਪਣੇ ਤਾਣੇ ਬਾਣੇ ਨੂੰ, ਆਪਣੀਆਂ ਬੁਣਤੀਆਂ ਨੂੰ ਬੁਣਨ ਵਾਸਤੇ, ਆਪਣੇ ਜੀਵਨ ਦੀ ਨੂੰ ਸਾਰੇ ਆ ਕੇ ਅਰਦਾਸਾਂ ਕਰਦੇ ਨੇ, ਪਰ ਉਹਦਾ ਭੇਦ ਨਹੀਂ ਕੋਈ ਪਾ ਸਕਿਆ। ਹਾਂਜੀ। ਜਬ ਤੁਮ ਸੁਨ ਲੈ ਵੇਦ ਪੁਰਾਨਾ, जब तुम सुन ले वेद पुराना, तब हम इतनक पसर्यो ताना, जब तुम सुन ले वेद पुराना, तब हम इतना को पसरियो ताना। ਕਬੀਰ ਸਾਹਿਬ ਕਹਿੰਦੇ ਕਿ ਮੈਂ ਜਦੋਂ ਤੁਹਾਡੇ ਵੇਦ ਪੁਰਾਣ ਭਾਵ ਧਾਰਮਿਕ ਪੁਸਤਕਾਂ ਨੂੰ ਮੈਂ ਪੜ੍ਹਦਾ, ਸੁਣਦਾ, ਵੇਖਦਾ, ਕਹਿੰਦੇ ਉਦੋਂ ਮੈਨੂੰ ਲੱਗਦਾ ਵੀ ਇਹ ਤੁਸੀਂ ਆਪਣਾ ਤਾਣਾ ਖਿਲਾਰਿਆ ਹੋਇਆ ਹੈ। ਭਾਵ ਆਪਣੀਆਂ ਆਪਣੀਆਂ ਸੋਚਾਂ, ਆਪਣੀਆਂ ਆਪਣੀਆਂ ਵਿਚਾਰ ਹਰ ਬੰਦਾ ਦੇਣ ਦੀ ਕੋਸ਼ਿਸ਼ ਲੱਗਾ ਹੋਇਆ ਕਰਨ, ਆਪਣਾ ਆਪਣਾ ਖਿਲਾਰਾ ਪਾਉਣ ਲੱਗਿਆ ਹੋਇਆ ਸਾਰਾ ਹੀ। ਇਹ ਸੰਸਾਰ ਦਾ ਤਾਣਾ ਬਾਣਾ ਆਪਣੀ ਆਪਣੀ ਬੁੱਧੀ ਨੂੰ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਏ ਤੇਤੀ, ਤੈਨੂੰ ਕੋਸ਼ਿਸ਼ ਲੱਗੇ ਹੋਏ ਨੇ ਕਰਨ। ਕਹਿੰਦੇ ਬਿਲਕੁਲ ਉਸ ਤਰ੍ਹਾਂ ਇਹ ਤਾਣਾ ਤਣਿਆ ਜਾ ਰਿਹਾ ਸਾਰਾ। ਹਾਂਜੀ।
ਧਰਨ ਆਕਾਸ਼ ਕੀ ਕਰ ਗਏ ਬਣਾਈ। ਧਰਨ ਆਕਾਸ਼ ਕੀ ਕਰ ਗਏ ਬਣਾਈ। ਚੰਦ ਸੂਰਜ ਦੋਏ ਸਾਥ ਚਲਾਈ। ਧਰਨ ਆਕਾਸ਼ ਕੀ ਕਰ ਗਏ ਬਣਾਈ। ਚੰਦ ਸੂਰਜ ਦੋਏ ਸਾਥ ਚਲਾਈ। ਕਬੀਰ ਸਾਹਿਬ ਕਹਿੰਦੇ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਬਹੁਤ ਵੱਡਾ ਇੱਕ ਜਲਾ ਹੈ। ਇਹ ਧਰਤੀ ਤੋਂ ਆਕਾਸ਼ ਤੱਕ ਜੋ ਇਹਦੇ ਵਿੱਚ ਸ੍ਰਿਸ਼ਟੀ ਨਜ਼ਰ ਆਉਂਦੀ ਸਾਰੀ ਇਹ ਉਹਦੀ ਕਾਰਗਾਹ ਹੈ, ਭਾਵ ਕਾਰਖਾਨਾ ਹੈ ਬਹੁਤ ਵੱਡਾ। ਉਹਦੀ ਇਹ ਕੰਘੀ ਚੱਲਦੀ ਵੇਖੋ, ਬੁਣਤੀਆਂ ਬਣਦੀਆਂ ਜਾ ਰਹੀਆਂ ਨੇ। ਨਵੇਂ ਨਵੇਂ ਜੀਵ, ਤਰ੍ਹਾਂ ਤਰ੍ਹਾਂ ਦੇ ਰੰਗ ਉਹਨਾਂ 'ਚ ਆਉਂਦੇ ਨੇ। ਚੰਦ ਸੂਰਜ ਦੋਏ ਸਾਥ ਚਲਾਈ, ਕਿਉਂਕਿ ਜਦੋਂ ਆਪਾਂ ਵੇਖਦੇ ਹਾਂ ਕਿ ਤਾਣਾ ਤਣਿਆ ਜਾਂਦਾ ਉਹਨਾਂ ਵਿੱਚ ਦੋ ਨਾਲਾਂ ਚੱਲਦੀਆਂ ਨੇ ਜਿਨ੍ਹਾਂ 'ਚ ਸੂਤ ਹੁੰਦਾ ਹੈ, ਉਹ ਇੱਧਰ ਉੱਧਰ ਘੁੰਮਦੀਆਂ ਨੇ। ਕਹਿੰਦੇ ਇਸ ਤਰ੍ਹਾਂ ਲੱਗਦਾ ਕਬੀਰ ਸਾਹਿਬ ਕਹਿੰਦੇ ਚੰਦਰਮਾ ਤੇ ਸੂਰਜ ਦੋ ਨਾਲਾਂ ਚੱਲਦੀਆਂ ਪਈਆਂ ਨੇ ਵਿੱਚ ਉਸ ਮਾਲਕ ਵੱਲੋਂ, ਉਹ ਸਾਥ ਚੱਲ ਰਹੀਆਂ ਨੇ ਨਾਲ ਹੀ, ਭਾਵ ਦਿਨ ਤੇ ਰਾਤ ਹਰ ਰੋਜ਼ ਉਹ ਆਪਣਾ ਤਾਣਾ ਬੁਣਦਾ ਪਿਆ। ਹਾਂਜੀ। ਪਾਈ ਜੋਰ ਬਾਤ ਇੱਕ ਕੀਨੀ। ਪਾਈ ਜੋਰ ਬਾਤ ਇੱਕ ਕੀਨੀ। ਤੈ ਤਾਂਤੀ ਮਨ ਮਾਨਾ। ਤੈ ਤਾਂਤੀ ਮਨ ਮਾਨਾ। ਜੋ ਲਾਹੇ ਕਰ ਆਪਣਾ ਚੀਨਾ। ਘਟ ਹੀ ਰਾਮ ਪਛਾਨਾ। ਪਾਈ ਜੋਰ ਬਾਤ ਇੱਕ ਕੀਨੀ। ਤੈ ਤਾਂਤੀ ਮਨ ਮਾਨਾ। ਕਬੀਰ ਸਾਹਿਬ ਕਹਿੰਦੇ ਪਾਈ, ਇਹਨੂੰ ਪਾਈ ਨਹੀਂ ਕਹਿਣਾ, ਉਚਾਰਨ ਹੈ ਪਾਈ, ਪੈਰੀ ਪੈ ਕੇ, ਚਰਨੀ ਲੱਗ ਕੇ। ਚਰਨੀ ਲੱਗ ਕੇ ਕਹਿੰਦੇ ਹੱਥ ਜੋੜ ਕੇ ਜਦੋਂ ਮੈਂ ਆਪਣੀ ਗੱਲ, ਆਪਣੇ ਅੰਦਰ ਦੀ ਗੱਲ ਉਸ ਮਾਲਕ ਅੱਗੇ ਆਖੀ। ਤੈ ਤਾਂਤੀ, ਤਾਂਤੀ ਤਾਂਤਾ ਜੋੜਨ ਵਾਲਾ, ਇਹ ਰਚਨਹਾਰ ਸਾਰੀ ਸ੍ਰਿਸ਼ਟੀ ਦਾ, ਮੇਰਾ ਮਨ ਹੁਣ ਉਹਦੇ ਨਾਲ ਮੰਨ ਗਿਆ। ਹੱਥ ਜੋੜ ਕੇ, ਪੈਰ ਜੋੜ ਕੇ ਜਦੋਂ ਅਸੀਂ ਬੇਨਤੀ ਕਰਦੇ ਹਾਂ, ਭਾਵ ਪੂਰੀ ਇਕਾਗਰਤਾ ਨਾਲ ਜਦੋਂ ਮੈਂ ਉਹਨੂੰ ਧਿਆਇਆ, ਸਿਮਰਿਆ, ਹੁਣ ਮੇਰਾ ਮਨ ਮੰਨ ਗਿਆ। ਮਨ ਮਾਨਿਆ ਤੋਂ ਹਰ ਜਾਣਿਆ। ਜੋ ਲਾਹੇ ਕਰੇ ਆਪਣਾ ਚੀਨਾ, ਘਟ ਹੀ ਰਾਮ ਪਛਾਨਾ। ਕਬੀਰ ਸਾਹਿਬ ਕਹਿੰਦੇ ਉਹ ਵੀ ਜਲਾਹ ਹੈ ਤੇ ਮੈਂ ਵੀ ਜਲਾਹ ਹਾਂ, ਜਾਤ ਤੇ ਇੱਕ ਹੈ ਨਾ। ਕਹਿੰਦੇ ਮੈਂ ਆਪਣਾ ਘਰ ਜਦੋਂ ਖੋਜਿਆ ਅੰਦਰ ਹਿਰਦਾ, ਜੋ ਲਾਹੇ ਘਰ ਆਪਣਾ ਚੀਨਾ, ਚੀਨਣਾ ਹੁੰਦਾ ਖੋਜਣਾ। ਜਦੋਂ ਮੈਂ ਆਪਣੇ ਘਰ ਨੂੰ ਖੋਜਿਆ, ਜਾਣਿਆ, ਘਟ ਹੀ ਰਾਮ ਪਛਾਨਾ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ, ਉਹ ਪ੍ਰਭੂ ਰਮਿਆ ਹੋਇਆ ਜਿਹੜਾ ਹਰ ਜਗ੍ਹਾ ਹੈ। ਕਹਿੰਦੇ ਮੈਂ ਆਪਣੇ ਹਿਰਦੇ ਵਿੱਚ ਉਹਨੂੰ ਪਛਾਣ ਲਿਆ, ਜਾਣ ਲਿਆ ਉਸ ਨੂੰ। ਹਾਂਜੀ। ਕਹਿਤ ਕਬੀਰ ਕਾਰ ਗਏ ਤੋਰੀ। ਕਹਿਤ ਕਬੀਰ ਕਾਰ ਗਏ ਤੋਰੀ। ਤੈ ਸੂਤ ਮਲਾਏ ਕੋਰੀ। ਤੈ ਸੂਤ ਮਿਲਾਏ ਕੋਰੀ। ਕਹਿਤ ਕਬੀਰ ਕਾਰ ਗਏ ਤੋਰੀ। ਸੂਤੈ ਸੂਤ ਮਿਲਾਏ ਕੋਰੀ। ਕਬੀਰ ਸਾਹਿਬ ਜੀ ਕਹਿੰਦੇ ਅਖੀਰ ਨੂੰ ਕਿ ਭਾਈ ਜਦੋਂ ਇਹ ਕਾਰਗ ਹੈ, ਇਹ ਸਰੀਰ ਨੂੰ, ਕਿਉਂਕਿ ਜੋ ਬ੍ਰਹਮੰਡਾ ਸੋਈ ਪਿੰਡਾ, ਜੋ ਖੋਜਾ ਸੋ ਪਾਵੈ। ਬੇਣੀ ਜੀ ਵੀ ਇਹ ਗੱਲ ਕਹਿੰਦੇ ਨੇ। ਜੋ ਕੁਝ ਬ੍ਰਹਮੰਡ ਵਿੱਚ ਹੋ ਰਿਹਾ ਸਾਡੇ ਸਰੀਰ ਵਿੱਚ ਵੀ ਉਹੀ ਕੁਝ ਹੋ ਰਿਹਾ ਹੈ। ਕਹਿੰਦੇ ਇਸ ਕਾਰਗ ਹੈ ਨੂੰ, ਖਾਨੇ ਨੂੰ, ਇਸ ਕੰਘੀ ਨੂੰ ਜਦੋਂ ਮੈਂ ਤੋੜਿਆ, ਭਾਵ ਟੁੱਟਿਆ, ਇਸ ਸਰੀਰ ਨੂੰ ਛੱਡਿਆ, ਸਰੀਰ ਦਾ ਮੋਹ ਤਿਆਗਿਆ, ਪੂਰੀ ਤਰ੍ਹਾਂ ਤਿਆਗਤਾ, ਕਹਿੰਦੇ ਪੂਰੀ ਤਰ੍ਹਾਂ ਤੋੜਤਾ ਇਸ ਨਾਲੋਂ, ਉਦੋਂ ਮੇਰਾ ਮਨ ਰੂਪੀ ਸੂਤਰ ਉਸ ਪਰਮਾਤਮਾ ਨਾਲ ਜਾ ਜੁੜਿਆ, ਇੱਕ ਹੋ ਗਿਆ। ਹੁਣ ਉਸ ਸੂਤ ਨਾਲ ਜਾ ਜੁੜਿਆ, ਭਾਵ ਇਹ ਆਤਮਾ ਉਸ ਪਰਮਾਤਮਾ ਨਾਲ ਜਾ ਜੁੜੀ। ਇਸ ਤਰ੍ਹਾਂ ਮੇਰਾ ਉਸ ਮਾਲਕ ਨਾਲ ਮੇਲ ਹੋ ਗਿਆ। ਵਾਹਿਗੁਰੂ। मेरे राम हम बारक हर प्रभ के हैं ए आणे। हम बारक हर प्रभ के हैं ए आणे।